ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਬरुण कौर मान। ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਅਲਟਰ ਗੁਰਜਿਤਿੰਦਰ ਸਿੰਘ ਰੰਧਾਵਾ। ਇਹਨਾਂ ਤੋਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦੀ ਤੇ ਵੇਚੀ ਜਾ ਸਕਦੀ ਹੈ। ਇਹਨਾਂ ਦੇ ਫੋਨ ਨੰਬਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਤੇ ਹੁਣ ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। UAE ਨੇ ਜਾਰੀ ਕੀਤੇ ਨਵੇਂ ਵੀਜ਼ਾ ਐਂਟਰੀ ਪਰਮਿਟ ਨਿਯਮ। ਅਮਰੀਕਾ ਵੱਲੋਂ ਚਾਈਨਾ ਨੂੰ ਰੂਸ ਦੀ ਮਦਦ ਕਰਨ ਖਿਲਾਫ ਚੇਤਾਵਨੀ। ਅਮਰੀਕਾ 'ਚ ਬਹੁ ਮੰਜ਼ਲਾ ਇਮਾਰਤ ਦੀ 7ਵੀਂ ਮੰਜ਼ਲ ਤੇ ਲੱਗੀ ਅੱਗ, ਇੱਕ ਮੌਤ 17 ਜ਼ਖਮੀ। ਟੈਕਸਾਸ ਵਿੱਚ 3 ਲੜਕੀਆਂ ਦੀ ਹੱਤਿਆ ਤੋਂ ਬਾਅਦ ਬੰਦੂਕਧਾਰੀ ਨੇ ਖੁਦ ਨੂੰ ਮਾਰੀ ਗੋਲੀ। ਜਾਸੂਸੀ ਗੁਬਾਰੇ ਤੇ ਵਧਿਆ ਵਿਵਾਦ। ਅਮਰੀਕਾ ਦੀ ਚੇਤਾਵਨੀ ਤੋਂ ਬਾਅਦ ਚੀਨ ਨੇ ਵੀ ਦਿੱਤੀ ਧਮਕੀ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ, ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ। UAE ਫੈਡਰਲ ਅਥਾਰਟੀ ਫਾਰ ਆਈਡੈਂਟੀਟੀ ਕਸਟਮਜ਼ ਅਤੇ ਪੋਰਟ ਸੁਰੱਖਿਆ ਨੇ ਸਮਾਰਟ ਸਰਵਿਸ ਸਿਸਟਮ ਦੇ ਲਈ 15 ਅਪਡੇਟ ਦੇ ਇੱਕ ਨਵੇਂ ਪੈਕੇਜ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਅਮੀਰਾਤ ਨਿਊਜ਼ ਏਜੰਸੀ ਨੇ ਦਿੱਤੀ। ਇਸ ਪੈਕੇਜ ਨੂੰ ਗਾਹਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਭਵਿੱਖ ਵਿੱਚ ਅਥਾਰਟੀ ਅਤੇ ਰਾਜ ਦੀ ਸੰਭਾਵਨਾ ਨੂੰ ਵਧਾਉਣ ਦੇ ਲਈ ਨਵੇਂ ਵਿਕਾਸ ਦੇ ਅਨੁਸਾਰ ਸੇਵਾ ਪ੍ਰਣਾਲੀ ਨੂੰ ਵਿਕਸਿਤ ਕਰਨ ਦੀ ਯੋਜਨਾ ਦੇ ਹਿੱਸੇ ਵਜੋਂ ਸ਼ਾਮਲ ਕੀਤਾ ਗਿਆ ਹੈ। UAE ਦੇ ਅਧਿਕਾਰੀਆਂ ਨੇ ਸੰਕੇਤ ਦਿੱਤਾ ਕਿ ਨਵਾਂ ਅਪਡੇਟ ਅਪਣਾਇਆ ਗਿਆ ਹੈ ਜੋ 1 ਫਰਵਰੀ 2023 ਤੋਂ ਲਾਗੂ ਹੋ ਗਿਆ ਹੈ। ਅਧਿਕਾਰੀਆਂ ਨੇ ਰਿਪੋਰਟ ਵਿੱਚ ਕਿਹਾ ਕਿ ਨਵੇਂ ਬਦਲਾਅ ਦੇ ਮੁਤਾਬਕ ਬਾਹਰੋਂ ਆਉਣ ਵਾਲੇ ਲੋਕਾਂ ਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਵੀਜ਼ਾ ਨਿਯਮਾਂ ਦੀ ਨਵੀਂ ਸ਼੍ਰੇਣੀ 'ਚ ਸ਼ਾਮਲ ਕੀਤਾ ਗਿਆ ਹੈ। UAE ਸਰਕਾਰ ਦਾ ਉਦੇਸ਼ ਸੈਲਾਨੀਆਂ ਨੂੰ ਉੱਚ ਪੱਧਰੀ ਸੇਵਾ ਪ੍ਰਦਾਨ ਕਰਨਾ ਹੈ। ਭਾਰਤ ਦੇ ਹਜ਼ਾਰਾਂ ਲੋਕ UAE ਵਿੱਚ ਰਹਿੰਦੇ ਨੇ ਅਤੇ ਕੰਮ ਕਰਦੇ ਨੇ। ਇਸ ਦੇ ਲਈ ਉਹ ਵੀ ਇਸ ਵੀਜ਼ਾ ਨਿਯਮ ਦੇ ਵਿੱਚ ਬਦਲਾਅ ਦੇ ਨਾਲ ਪ੍ਰਭਾਵਿਤ ਹੋਣਗੇ। ਤੁਹਾਨੂੰ ਦੱਸਦੇ ਹਾਂ ਕਿ ਬਹੁਤ ਸਾਰੇ ਬਦਲਾਅ ਹੋਏ ਨੇ। ਕਿਸੇ ਵੀ ਵਿਅਕਤੀ ਨੂੰ ਮਿਲਣ ਅਤੇ ਇਲਾਜ ਕਰਵਾਉਣ ਦੇ ਲਈ ਪੂਰੇ ਪਰਿਵਾਰ ਸਮੂਹ ਦੇ ਨਾਲ ਵੀਜ਼ਾ ਜਾਰੀ ਕੀਤਾ ਜਾਏਗਾ। ਇਸ ਦੀ ਸਮਾਂ ਸੀਮਾ 60 ਦਿਨ ਅਤੇ 180 ਦਿਨਾਂ ਦੀ ਹੋਏਗੀ। ਇਸ ਦੌਰਾਨ ਉਹ ਇੱਕ ਵਾਰ ਜਾਂ ਇੱਕ ਤੋਂ ਵੱਧ ਵਾਰ ਐਂਟਰੀ ਕਰਵਾ ਸਕਦੇ ਨੇ। ਕੋਈ ਵੀ ਵਿਅਕਤੀ ਮਰੀਜ਼ ਦੀ ਮਦਦ ਦੇ ਲਈ 60 ਦਿਨ ਅਤੇ 180 ਦਿਨਾਂ ਦੀ ਮਿਆਦ ਦੇ ਲਈ ਪ੍ਰਾਪਤ ਕੀਤੇ ਗਏ ਵੀਜ਼ਾ ਤੇ ਇੱਕ ਜਾਂ ਵੱਧ ਦਾਖਲਾ ਕਰ ਸਕਦਾ ਹੈ। ਨਾਗਰਿਕ ਦੇ ਰੂਪ ਵਿੱਚ ਪਾਸਪੋਰਟ ਦੇ ਜਾਰੀ ਕਰਨ, ਨਵਿਆਉਣ ਜਾਂ ਬਦਲਣ ਦੇ ਲਈ ਅਰਜ਼ੀ ਦੇਣ ਵੇਲੇ ਫਿੰਗਰ ਪ੍ਰਿੰਟਿੰਗ ਦੀ ਲੋੜ ਤੋਂ ਛੋਟ ਪ੍ਰਾਪਤ ਕਰਦੇ ਨੇ। 90 ਦਿਨਾਂ ਦੇ ਵੀਜ਼ਾ ਧਾਰਕਾਂ ਦੇ ਲਈ ਵਾਧੂ 30 ਦਿਨਾਂ ਦੇ ਵੀਜ਼ਾ ਐਕਸਟੈਂਸ਼ਨ ਦੀ ਆਗਿਆ ਦੇਣ ਦੇ ਲਈ ਇੱਕ ਨਿਯਮ ਵੀ ਸ਼ਾਮਲ ਹੈ। ਜਿਹੜੇ ਲੋਕ 6 ਮਹੀਨਿਆਂ ਤੋਂ ਵੱਧ ਸਮੇਂ ਤੋਂ ਰੁਕੇ ਨੇ ਉਹਨਾਂ ਲਈ ਕਾਨੂੰਨੀ ਨਾਗਰਿਕਤਾ ਦਾ ਵੀਜ਼ਾ ਰੀਨਿਊ ਕਰਨ ਤੇ ਪਾਬੰਦੀ ਹੈ। ਐਮੀਰੇਟਸ ID ਤੋਂ ਬਿਨਾਂ ਖਾੜੀ ਸਹਿਯੋਗ ਦੇ ਕੌਂਸਲ ਦੇ ਨਾਗਰਿਕਾਂ ਦੇ ਖਾਤਿਆਂ ਦੇ ਲਈ ਵੀਜ਼ਾ ਡੇਟਾ ਰੱਦ ਕਰਨਾ ਅਤੇ ਸੋਧ ਸੇਵਾਵਾਂ ਉਪਲਬਧ ਹੋਣਗੀਆਂ। ਇੱਕ ਸਿੰਗਲ ਜਾਂ ਮਲਟੀਪਲ ਐਂਟਰੀ ਸੰਬੰਧੀ ਵਿਜ਼ਿਟ ਵੀਜ਼ਾ ਕਿਸੇ ਰਿਸ਼ਤੇਦਾਰ ਜਾਂ ਦੋਸਤ ਦੇ ਖਾਤੇ 'ਚ 30, 60 ਤੇ 90 ਦਿਨਾਂ ਦੇ ਲਈ ਵਧਾਇਆ ਜਾ ਸਕਦਾ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਜਾਸੂਸੀ ਗੁਬਾਰੇ ਦੇ ਘਟਨਾਕ੍ਰਮ ਦੁਆਲੇ ਬਣੇ ਟਕਰਾਅ ਵਿਚਾਲੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਮੁਲਾਕਾਤ ਕੀਤੀ। ਅਮਰੀਕੀ ਆਗੂ ਨੇ ਚਾਈਨਾ ਕੋਲ ਇਸ ਮਾਮਲੇ ਤੇ ਰੋਸ ਦਰਜ ਕੀਤਾ ਅਤੇ ਚੀਨੀ ਆਪਰੇਸ਼ਨ ਦੀ ਨਿਖੇਧੀ ਕੀਤੀ। ਉਹ ਚਾਈਨਾ ਨੂੰ ਰੂਸ ਦੀ ਮਦਦ ਕਰਨ ਖਿਲਾਫ ਚੇਤਾਵਨੀ ਵੀ ਦਿੱਤੀ। ਬਲਿੰਕਨ ਨੇ ਕਿਹਾ ਕਿ ਜੇਕਰ ਚਾਈਨਾ ਯੂਕਰੇਨ ਵਿੱਚ ਲੱਗੀ ਜੰਗ ਦੇ ਲਈ ਰੂਸ ਦੀ ਮਦਦ ਕਰੇਗਾ ਤਾਂ ਉਸ ਨੂੰ ਹੋਰ ਪਾਬੰਦੀਆਂ ਦਾ ਸਾਹਮਣਾ ਕਰਨਾ ਪਏਗਾ। ਬਲਿੰਕਨ ਤੇ ਵਾਂਗ ਨੇ ਮਿਊਨਿਖ ਸਿਕਿਉਰਿਟੀ ਕਾਨਫਰੰਸ ਦੌਰਾਨ ਮੁਲਾਕਾਤ ਕੀਤੀ। ਗੁਬਾਰੇ ਨਾਲ ਜੁੜੇ ਘਟਨਾਕ੍ਰਮ ਦੇ ਸੰਦਰਭ ਦੇ ਵਿੱਚ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੈਡ ਪ੍ਰਾਈਸ ਨੇ ਕਿਹਾ, ਵਿਦੇਸ਼ ਮੰਤਰੀ ਨੇ ਸਿੱਧੇ ਤੌਰ ਤੇ ਚਾਈਨਾ ਨੂੰ ਦੱਸ ਦਿੱਤਾ ਹੈ ਕਿ ਅਮਰੀਕਾ ਦੀ ਪ੍ਰਭੂਸੱਤਾ ਤੇ ਕੌਮਾਂਤਰੀ ਨਿਯਮ ਦੀ ਉਲੰਘਣਾ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਹਨਾਂ ਨੇ ਨਾਲ ਹੀ ਚਾਈਨਾ ਨੂੰ ਕਿਹਾ ਕਿ ਅਜਿਹਾ ਦੁਬਾਰਾ ਨਹੀਂ ਵਾਪਰਨਾ ਚਾਹੀਦਾ। ਜ਼ਿਕਰਯੋਗ ਹੈ ਕਿ ਕਾਫੀ ਉਚਾਈ ਤੇ ਉੱਡਣ ਵਾਲਾ ਇਹ ਚੀਨੀ ਗੁਬਾਰਾ ਅਮਰੀਕੀ ਹਵਾਈ ਖੇਤਰ ਵਿੱਚ ਦਾਖਲ ਹੋ ਗਿਆ ਸੀ। ਅਮਰੀਕਾ ਨੇ ਕਿਹਾ ਸੀਗਾ ਕਿ ਇਸ ਨੂੰ ਜਾਸੂਸੀ ਦੇ ਮੰਤਵ ਦੇ ਨਾਲ ਭੇਜਿਆ ਗਿਆ ਹੈ, ਜਦਕਿ ਚਾਈਨਾ ਨੇ ਕਿਹਾ ਸੀਗਾ ਕਿ ਇਹ ਮਹਿਜ਼ ਮੌਸਮ ਬਾਰੇ ਖੋਜ ਕਰਨ ਵਾਲਾ ਗੁਬਾਰਾ ਹੈ। ਬਲਿੰਕਨ ਨੇ ਮੀਟਿੰਗ ਦੇ ਦੌਰਾਨ ਚਾਈਨਾ ਨੂੰ ਇਹ ਵੀ ਕਿਹਾ ਕਿ ਗੁਬਾਰਿਆਂ ਦੇ ਦੁਆਰਾ ਚਾਈਨਾ ਵੱਲੋਂ 5 ਮਹਾਦੀਪਾਂ ਦੇ ਵਿੱਚ 40 ਮੁਲਕਾਂ ਦੀ ਹਵਾਈ ਹੱਦ ਦਾ ਉਲੰਘਣ ਕੀਤਾ ਗਿਆ ਹੈ। ਜਾਸੂਸੀ ਕਰਕੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਬਲਿੰਕਨ ਨੇ ਵਾਂਗ ਨੂੰ ਕਿਹਾ ਕਿ ਚਾਈਨਾ ਦੀ ਇਸ ਕਾਰਵਾਈ ਦਾ ਪਰਦਾਫਾਸ਼ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਗੁਬਾਰੇ ਬਾਰੇ ਪਤਾ ਲੱਗਣ ਤੋਂ ਬਾਅਦ ਬਲਿੰਕਨ ਨੇ ਆਪਣੇ ਚੀਨ ਦਾ ਦੌਰਾ ਰੱਦ ਕਰ ਦਿੱਤਾ ਸੀ। ਵਾਂਗ ਨੇ ਕਾਨਫਰੰਸ ਦੇ ਵਿੱਚ ਸ਼ਨੀਚਰਵਾਰ ਅਮਰੀਕਾ ਦੀ ਆਲੋਚਨਾ ਕਰਦਿਆਂ ਕਿਹਾ ਕਿ ਗੁਬਾਰੇ ਦਾ ਘਟਨਾਕ੍ਰਮ ਅਮਰੀਕਾ ਵੱਲੋਂ ਸਿਰਜਿਆ ਸਿਆਸੀ ਡਰਾਮਾ ਹੈ ਤੇ ਉਹ ਚਾਈਨਾ ਤੋਂ ਅੱਗੇ ਨਿਕਲਣ ਦੇ ਲਈ ਹਰ ਹੱਥਕੰਡਾ ਅਪਣਾ ਰਹੇ ਨੇ। ਅਮਰੀਕਾ ਦੀ ਕਾਰਵਾਈ ਦਾ ਇਹ ਮਤਲਬ ਨਹੀਂ ਹੈ ਕਿ ਉਹ ਵੱਡੇ ਤੇ ਮਜ਼ਬੂਤ ਨੇ। ਇਸੇ ਦੌਰਾਨ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਵੀ ਰੂਸ ਦੀ ਮਦਦ ਖਿਲਾਫ ਚੀਨ ਨੂੰ ਚੇਤਾਵਨੀ ਦਿੱਤੀ। ਬਲਿੰਕਨ ਨੇ ਉੱਤਰੀ ਕੋਰੀਆ ਵੱਲੋਂ ਅੰਤਰ ਮਹਾਦੀਪ
ਬੈਲਿਸਟਿਕ ਮਿਜ਼ਾਈਲ ਦੇ ਪ੍ਰੀਖਣ ਦੀ ਵੀ ਆਲੋਚਨਾ ਕੀਤੀ। ਉਹਨਾਂ ਨੇ ਤਾਇਵਾਨ ਨੇੜਲੇ ਖੇਤਰ ਵਿੱਚ ਸ਼ਾਂਤੀ ਤੇ ਸਥਿਰਤਾ ਕਾਇਮ ਰੱਖਣ ਉੱਤੇ ਵੀ ਜ਼ੋਰ ਦਿੱਤਾ। ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਉਹ ਚੀਨ ਨਾਲ ਟਕਰਾਅ ਜਾਂ ਠੰਡੀ ਜੰਗ ਨਹੀਂ ਚਾਹੁੰਦੇ, ਪਰ ਆਪਣੇ ਹਿੱਤਾਂ ਤੇ ਕਦਰਾਂ ਕੀਮਤਾਂ ਦੀ ਰਾਖੀ ਤੋਂ ਪਿੱਛੇ ਨਹੀਂ ਹਟਣਗੇ। ਸਿਲਵਰ ਸਪਰਿੰਗ ਮੈਰੀਲੈਂਡ ਵਿੱਚ ਬਹੁ-ਮੰਜ਼ਲੀ ਇਮਾਰਤ ਨੂੰ ਲੱਗੀ ਭਿਆਨਕ ਅੱਗ ਦੇ ਨਾਲ ਸੜ ਕੇ ਇੱਕ ਔਰਤ ਦੀ ਮੌਤ ਹੋਈ ਹੈ, ਜਦਕਿ 17 ਹੋਰ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ, ਜਿਨ੍ਹਾਂ ਚੋਂ ਕਈਆਂ ਦੀ ਹਾਲਤ ਗੰਭੀਰ ਹੈ। ਅੱਗ ਬੁਝਾਊ ਵਿਭਾਗ ਦੇ ਅਧਿਕਾਰੀਆਂ ਦੇ ਅਨੁਸਾਰ ਅੱਗ ਲੱਗਣ ਦੇ ਕਾਰਨ ਕੁਝ ਲੋਕ ਬਾਲਕੋਨੀਆਂ 'ਚ ਫਸ ਗਏ, ਜਿਨ੍ਹਾਂ ਨੂੰ ਬਚਾ ਲਿਆ ਗਿਆ। ਮੌਂਟਗੋਮਰੀ ਕਾਉਂਟੀ ਫਾਇਰ ਚੀਫ ਸਕਾਟ ਗੋਲਡਸਟੀਨ ਨੇ ਇੱਕ ਬਿਆਨ 'ਚ ਕਿਹਾ ਕਿ ਅੱਗ 15 ਮੰਜ਼ਿਲਾ ਅਪਾਰਟਮੈਂਟ ਦੀ 7ਵੀਂ ਮੰਜ਼ਿਲ ਉੱਪਰ ਲੱਗੀ, ਜਿਸ ਉੱਪਰ ਕਾਬੂ ਪਾਉਣ ਦੇ ਲਈ ਅੱਗ ਬੁਝਾਊ ਮਾਮਲੇ ਦੇ 100 ਤੋਂ ਵੱਧ ਮੁਲਾਜ਼ਮ ਪੁੱਛੇ। ਉਹਨਾਂ ਨੇ ਦੱਸਿਆ ਕਿ ਘੱਟੋ-ਘੱਟ 17 ਲੋਕਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਨ੍ਹਾਂ 'ਚੋਂ ਕੁਝ ਦੀ ਹਾਲਤ ਗੰਭੀਰ ਹੈ। ਮੌਂਟਗੋਮਰੀ ਕਾਉਂਟੀ ਫਾਇਰ ਐਂਡ ਰੈਸਕਿਊ ਸਰਵਿਸਿਜ਼ ਦੇ ਬੁਲਾਰੇ ਪੀਟ ਦੇ ਅਨੁਸਾਰ ਇੱਕ ਔਰਤ ਦੀ ਹਸਪਤਾਲ 'ਚ ਮੌਤ ਹੋ ਗਈ, ਜਿਸ ਦੀ ਸ਼ਨਾਖਤ ਅਜੇ ਕੀਤੀ ਜਾਣੀ ਹੈ। ਅਮਰੀਕਾ ਵਿੱਚ ਰੋਜ਼ਾਨਾ ਹੀ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ। ਤਾਜ਼ਾ ਮਾਮਲਾ ਟੈਕਸਾਸ ਦਾ ਹੈ, ਜਿੱਥੇ ਗੋਲੀਬਾਰੀ ਦੀ ਘਟਨਾ ਵਿੱਚ 3 ਲੜਕੀਆਂ ਤੇ ਬੰਦੂਕਧਾਰੀ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ 3 ਲੜਕੀਆਂ, ਜਿਨ੍ਹਾਂ ਵਿੱਚ ਇੱਕ ਗਰਭਵਤੀ ਸੀ, ਨੂੰ ਇੱਕ ਵਿਅਕਤੀ ਨੇ ਗੋਲੀ ਮਾਰ ਦਿੱਤੀ। ਮੁਲਜ਼ਮ ਨੇ 12 ਸਾਲ ਦੀ ਬੱਚੀ ਦਾ ਵੀ ਜਿਨਸੀ ਸ਼ੋਸ਼ਣ ਕੀਤਾ ਸੀ, ਜੋ ਬਾਅਦ ਵਿੱਚ ਫਰਾਰ ਹੋ ਗਈ। ਇਸ ਤੋਂ ਬਾਅਦ ਮੁਲਜ਼ਮ ਬੰਦੂਕਧਾਰੀ ਨੇ ਖੁਦ ਨੂੰ ਗੋਲੀ ਮਾਰ ਲਈ। ਘਟਨਾ ਨਾਲ ਸੰਬੰਧਿਤ ਕਿਸੇ ਦਾ ਨਾਂ ਜਾਰੀ ਨਹੀਂ ਕੀਤਾ ਗਿਆ। ਇਹ ਘਟਨਾ ਹਿਊਸਟਨ ਦੇ ਉਪਨਗਰ ਗਲੀਨਾ ਪਾਰਕ ਵਿੱਚ ਬੰਦੂਕਧਾਰੀ ਦੀ ਪ੍ਰੇਮਿਕਾ ਦੇ ਘਰ ਵਾਪਰੀ। ਹੈਰਿਸ ਕਾਉਂਟੀ ਦੇ ਅਧਿਕਾਰੀ ਐਂਡ ਗੋਂਜ਼ਾਲੇਸ ਦੇ ਅਨੁਸਾਰ ਜਿਨ੍ਹਾਂ ਕੁੜੀਆਂ ਨੂੰ ਮਾਰਿਆ ਗਿਆ, ਉਹਨਾਂ ਦੀ ਉਮਰ 19, 14 ਅਤੇ 13 ਸਾਲ ਦੀ ਸੀ। ਜਦੋਂ ਤੋਂ ਅਮਰੀਕਾ ਨੇ ਚੀਨ ਦੇ ਜਸੂਸੀ ਗੁਬਾਰੇ ਨੂੰ ਡੇਗਿਆ ਹੈ, ਇੱਕ ਵਾਰ ਫਿਰ ਦੋਵਾਂ ਦੇਸ਼ ਇੱਕ ਦੂਸਰੇ ਦੇ ਸਾਹਮਣੇ ਆ ਗਏ ਨੇ। ਅਮਰੀਕਾ ਨੇ ਐਤਵਾਰ ਨੂੰ ਚੀਨੀ ਅਧਿਕਾਰੀਆਂ ਨਾਲ ਬੈਠਕ ਕੀਤੀ, ਜਿਸ ਵਿੱਚ ਸਪਸ਼ਟ ਕਿਹਾ ਗਿਆ ਕਿ ਅਮਰੀਕਾ ਆਪਣੀ ਸੁਰੱਖਿਆ ਨਾਲ ਕਿਸੇ ਵੀ ਕੀਮਤ ਤੇ ਸਮਝੌਤਾ ਨਹੀਂ ਕਰੇਗਾ। ਹੁਣ ਇਸ ਤਿੱਖੀ ਟਿੱਪਣੀ ਤੇ ਚੀਨੀ ਪੱਖ ਤੋਂ ਪ੍ਰਤੀਕਿਰਿਆ ਆਈ ਹੈ। ਉਹਨਾਂ ਨੇ ਉਲਟਾ ਅਮਰੀਕਾ ਨੂੰ ਨਤੀਜੇ ਭੁਗਤਣ ਦੀ ਚੇਤਾਵਨੀ ਦਿੱਤੀ ਹੈ, ਧਮਕੀ ਦਿੱਤੀ ਹੈ। ਚੀਨ ਦੇ ਵਿਦੇਸ਼ ਮੰਤਰਾਲਾ ਨੇ ਜਾਰੀ ਬਿਆਨ 'ਚ ਕਿਹਾ ਕਿ ਜੇਕਰ ਅਮਰੀਕਾ ਵੱਲੋਂ ਜਸੂਸੀ ਗੁਬਾਰੇ ਦਾ ਮੁੱਦਾ ਵਧਾਇਆ ਗਿਆ ਤਾਂ ਉਸ ਨੂੰ ਹਰ ਤਰ੍ਹਾਂ ਦੇ ਨਤੀਜੇ ਭੁਗਤਣੇ ਪੈਣਗੇ। ਅਮਰੀਕਾ ਲਗਾਤਾਰ ਇਸ ਮੁੱਦੇ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਹੁਣ ਚੀਨ ਦਾ ਇਹ ਬਿਆਨ ਅਜਿਹੇ ਸਾਹਮਣੇ ਆਇਆ ਹੈ ਸਮੇਂ ਜਦੋਂ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਚਾਈਨਾ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕੀਤੀ। ਉਸ ਬੈਠਕ ਵਿੱਚ ਅਮਰੀਕਾ ਨੇ ਜਸੂਸੀ ਗੁਬਾਰੇ ਦੇ ਮੁੱਦੇ ਤੇ ਸਭ ਤੋਂ ਵੱਧ ਜ਼ੋਰ ਦਿੱਤਾ ਹੈ। ਮੀਟਿੰਗ ਦੇ ਦੌਰਾਨ ਬਲਿੰਕਨ ਨੇ ਸਪਸ਼ਟ ਕਿਹਾ ਕਿ ਸੰਯੁਕਤ ਰਾਜ ਪ੍ਰਭੂ ਸੱਤਾ ਦੀ ਕਿਸੇ ਵੀ ਉਲੰਘਣਾ ਦੇ ਲਈ ਖੜਾ ਨਹੀਂ ਹੋਏਗਾ ਤੇ ਚੀਨੀ ਉੱਚ ਉਚਾਈ ਨਿਗਰਾਨੀ ਗੁਬਾਰਾ ਪ੍ਰੋਗਰਾਮ, ਜਿਸਨੇ 5 ਮਹਾਦੀਪਾਂ ਦੇ 40 ਤੋਂ ਵੱਧ ਦੇਸ਼ਾਂ ਦੇ ਹਵਾਈ ਖੇਤਰ ਵਿੱਚ ਘੁਸਪੈਠ ਕੀਤੀ ਹੈ, ਦਾ ਪਰਦਾਫਾਸ਼ ਕੀਤਾ ਗਿਆ ਹੈ। ਬਲਿੰਕਨ ਨੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਮੁਲਾਕਾਤ ਦੇ ਦੌਰਾਨ ਰੂਸ ਯੂਕਰੇਨ ਯੁੱਧ ਦਾ ਮੁੱਦਾ ਵੀ ਉਠਾਇਆ। ਯੂਕਰੇਨ ਦੇ ਖਿਲਾਫ ਰੂਸ ਦੇ ਬੇਰਹਿਮ ਯੁੱਧ ਤੇ ਬਲਿੰਕਨ ਨੇ ਇਸ ਦੇ ਪ੍ਰਭਾਵਾਂ ਅਤੇ ਨਤੀਜਿਆਂ ਬਾਰੇ ਚੇਤਾਵਨੀ ਦਿੱਤੀ। ਜ਼ਿਕਰਯੋਗ ਹੈ ਕਿ ਅਮਰੀਕਾ, ਕੈਨੇਡਾ ਅਤੇ ਲਾਤੀਨੀ ਅਮਰੀਕਾ ਦੇ ਹਵਾਈ ਖੇਤਰ ਤੇ ਚੀਨ ਦੇ ਸ਼ੱਕੀ ਜਸੂਸੀ ਗੁਬਾਰੇ ਦਿਖਾਈ ਦੇਣ ਤੋਂ ਬਾਅਦ ਹਲਚਲ ਮਚ ਗਈ ਸੀ। ਪੈਂਟਾਗਨ ਦੇ ਅਨੁਸਾਰ ਮੋਂਟਾਨਾ ਦੇ ਉੱਪਰ ਦੇਖੇ ਗਏ ਗੁਬਾਰੇ ਦਾ ਆਕਾਰ 3 ਬੱਸਾਂ ਦਾ ਸੀ। ਅਮਰੀਕੀ ਰੱਖਿਆ ਮੰਤਰਾਲਾ ਨੇ ਕਿਹਾ ਸੀਗਾ ਕਿ ਇਸ ਜਸੂਸੀ ਗੁਬਾਰੇ ਤੋਂ ਲੋਕਾਂ ਨੂੰ ਕੋਈ ਖਤਰਾ ਨਹੀਂ ਹੈ। ਹਾਲਾਂਕਿ ਬਾਅਦ ਵਿੱਚ ਵੀ ਚਾਈਨਾ ਨੇ ਵੀ ਅਜਿਹਾ ਹੀ ਦੋਸ਼ ਲਗਾ ਦਿੱਤਾ ਸੀ। ਕਿਹਾ ਗਿਆ ਸੀਗਾ ਕਿ ਉਸ ਦੇ ਹਵਾਈ ਖੇਤਰ ਵਿੱਚ ਇੱਕ ਸ਼ੱਕੀ ਵਸਤੂ ਵੀ ਦੇਖੀ ਗਈ ਹੈ। ਉਸ ਨੇ ਇਸ ਨੂੰ ਅਮਰੀਕਾ ਦੀ ਸਾਜ਼ਿਸ਼ ਦੱਸਿਆ ਸੀ, ਪਰ ਅਮਰੀਕਾ ਨੇ ਜਾਰੀ ਬਿਆਨ 'ਚ ਕਿਹਾ ਸੀਗਾ ਕਿ ਉਸ ਵੱਲੋਂ ਅਜਿਹਾ ਕੁਝ ਨਹੀਂ ਕੀਤਾ ਗਿਆ। ਟਵਿੱਟਰ ਦੇ ਨਵੇਂ ਮਾਲਕ ਐਲਨ ਮਸਕ ਦੁਨੀਆ ਦੇ ਸਭ ਤੋਂ ਵੱਡੇ ਮਾਈਕਰੋ ਬਲੌਗਿੰਗ ਪਲੇਟਫਾਰਮ ਨੂੰ ਪੈਸਾ ਦੇਣ ਵਾਲੀ ਮਸ਼ੀਨ ਬਣਾਉਣ 'ਚ ਲੱਗੇ ਹੋਏ ਨੇ। ਐਲਨ ਮਸਕ ਨੇ ਕੁਝ ਮਹੀਨੇ ਪਹਿਲਾਂ ਹੀ ਪੇਡ ਸਰਵਿਸ ਟਵਿੱਟਰ ਬਲੂ ਪੇਸ਼ ਕੀਤਾ ਹੈ, ਜਿਸ ਦੀ ਕੀਮਤ ਵੱਖ-ਵੱਖ ਦੇਸ਼ਾਂ 'ਚ ਵੱਖ-ਵੱਖ ਹੈ। ਟਵਿੱਟਰ ਬਲੂ ਤਹਿਤ ਮਾਸਕ ਫੀਸ ਤੇ ਕੋਈ ਵੀ ਬਲੂ ਟਿਕ ਲੈ ਸਕਦੇ ਨੇ, ਪਰ ਇਸ ਫੀਚਰ ਦੀ ਆੜ 'ਚ ਫਰਜ਼ੀ ਅਕਾਊਂਟ ਨੂੰ ਬਲੂ ਟਿਕ ਮਿਲ ਰਹੇ ਨੇ ਅਤੇ ਇਹਨਾਂ ਨਾਲ ਖਤਰਾ ਵੀ ਵਧ ਰਿਹਾ ਹੈ। ਹੁਣ ਐਲਨ ਮਸਕ ਟਵਿੱਟਰ ਬਲੂ 'ਚ 2 ਫੈਕਟਰ ਅਥੈਂਟੀਕੇਸ਼ਨ ਨੂੰ ਸ਼ਾਮਲ ਕਰਨ ਜਾ ਰਹੇ ਨੇ, ਯਾਨੀ ਜੇਕਰ ਤੁਹਾਨੂੰ SMS ਆਧਾਰਿਤ 2 ਫੈਕਟਰ ਅਥੈਂਟੀਕੇਸ਼ਨ ਚਾਹੀਦੀ ਹੈ ਤਾਂ ਤੁਹਾਨੂੰ ਪੈਸੇ ਦੇਣੇ ਹੋਣਗੇ। ਸ਼ੁੱਕਰਵਾਰ ਨੂੰ ਟਵਿੱਟਰ ਨੇ ਕਿਹਾ ਕਿ ਹੁਣ ਉਹ ਕੇਵਲ ਆਪਣੇ ਪੇਡ ਸਬਸਕ੍ਰਾਈਬਰਸ ਨੂੰ ਹੀ ਅਕਾਊਂਟਸ ਨੂੰ ਸਿਕਿਉਰ ਕਰਨ ਦੇ ਲਈ 2 ਫੈਕਟਰ ਅਥੈਂਟੀਕੇਸ਼ਨ ਮੈਥਡ ਤਹਿਤ ਟੈਕਸਟ ਮੈਸੇਜ ਦੀ ਵਰਤੋਂ ਕਰਨ ਦੀ ਪਰਮਿਸ਼ਨ ਦੇਗਾ। ਕੰਪਨੀ ਨੇ ਟਵੀਟ ਕਰਕੇ ਲਿਖਿਆ ਕਿ 20 ਮਾਰਚ ਤੋਂ ਬਾਅਦ ਕੇਵਲ ਟਵਿੱਟਰ ਬਲੂ ਸਬਸਕ੍ਰਾਈਬਰ ਹੀ ਟੈਕਸਟ ਮੈਸੇਜ ਨੂੰ ਆਪਣੇ 2 ਫੈਕਟਰ ਅਥੈਂਟੀਕੇਸ਼ਨ ਮੈਥਡ ਦੇ ਤੌਰ ਤੇ ਇਸਤੇਮਾਲ ਕਰ ਸਕਣਗੇ।
ਟੂ ਫੈਕਟਰ ਅਥੈਂਟੀਕੇਸ਼ਨ ਰਾਹੀਂ ਅਕਾਊਂਟਸ ਨੂੰ ਜ਼ਿਆਦਾ ਸਿਕਿਉਰ ਬਣਾਉਣ ਦੇ ਲਈ ਅਕਾਊਂਟ ਹੋਲਡਰ ਨੂੰ ਪਾਸਵਰਡ ਤੋਂ ਇਲਾਵਾ ਸੈਕੰਡ ਅਥੈਂਟੀਕੇਸ਼ਨ ਮੈਥਡ ਦੀ ਵਰਤੋਂ ਕਰਨ ਦੇ ਲਈ ਮਿਲਦੀ ਹੈ। ਟਵਿੱਟਰ ਅਜੇ ਟੈਕਸਟ ਮੈਸੇਜ ਅਥੈਂਟੀਕੇਸ਼ਨ ਐਪ ਅਤੇ ਇੱਕ ਸਿਕਿਉਰਿਟੀ ਕੀ ਰਾਹੀਂ 2FA ਦੀ ਪਰਮਿਸ਼ਨ ਦਿੰਦਾ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਬੁੱਧਵਾਰ ਨੂੰ ਬਲੌਗ ਪੋਸਟ 'ਚ ਕਿਹਾ ਸੀਗਾ ਕਿ ਉਸ ਦਾ ਮੰਨਣਾ ਹੈ ਕਿ ਫੋਨ ਨੰਬਰ ਬੇਸਡ 2FA ਦੀ ਹੈਕਰਾਂ ਦੁਆਰਾ ਦੁਰਵਰਤੋਂ ਕੀਤੀ ਜਾ ਰਹੀ ਹੈ। ਟਵਿੱਟਰ ਦੇ ਮਾਲਕ ਐਲਨ ਮਸਕ ਨੇ ਹਾਲ ਹੀ 'ਚ ਇੱਕ ਯੂਜ਼ਰ ਦੇ ਟਵੀਟ ਦਾ ਰਿਪਲਾਈ ਕਰਦੇ ਹੋਏ ਕਿਹਾ ਸੀਗਾ ਕਿ ਕੰਪਨੀ ਨੇ ਆਪਣੀ ਪਾਲਿਸੀ ਬਦਲ ਦਿੱਤੀ ਹੈ। ਪਿਛਲੇ ਮਹੀਨੇ ਟਵਿੱਟਰ ਨੇ ਕਿਹਾ ਸੀਗਾ ਕਿ ਉਹ ਐਂਡਰੋਇਡ ਦੇ ਲਈ ਟਵਿੱਟਰ ਬਲੂ ਸਬਸਕ੍ਰਿਪਸ਼ਨ ਦੀ ਕੀਮਤ $11 ਪ੍ਰਤੀ ਮਹੀਨਾ ਰੱਖੇਗੀ, ਜੋ ਕਿ iOS ਸਬਸਕ੍ਰਾਈਬਰਸ ਦੇ ਲਈ ਵੀ ਹੈ। ਅਮਰੀਕਾ ਤੇ ਚਾਈਨਾ ਦੇ ਵਿੱਚ ਸਪਲਾਈ ਬੈਲੂਨ ਨੂੰ ਲੈ ਕੇ ਵਿਵਾਦ ਖਤਮ ਹੁੰਦਾ ਨਹੀਂ ਦਿਖ ਰਿਹਾ ਹੈ। ਅਮਰੀਕਾ ਨੇ ਸਪਾਈ ਬੈਲੂਨ ਨੂੰ ਲੈ ਕੇ ਚਾਈਨਾ ਨੂੰ ਚੇਤਾਵਨੀ ਦਿੱਤੀ ਹੈ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਚਾਈਨਾ ਦੇ ਟੌਪ ਡਿਪਲੋਮੇਟ ਵਾਂਗ ਯੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਹਨਾਂ ਨੇ ਅਮਰੀਕੀ ਹਵਾਈ ਖੇਤਰ ਵਿੱਚ ਜਾਸੂਸੀ ਗੁਬਾਰੇ ਭੇਜਣ ਦੇ ਆਪਣੇ ਗੈਰ ਜ਼ਿੰਮੇਵਾਰਾਨਾ ਕੰਮ ਨੂੰ ਨਾ ਦੁਹਰਾਉਣ ਦੀ ਚੇਤਾਵਨੀ ਦਿੱਤੀ ਹੈ। ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਚਾਈਨਾ ਨੂੰ ਸਪਾਈ ਬੈਲੂਨ ਭੇਜਣ ਵਰਗੀ ਗੈਰ ਜ਼ਿੰਮੇਵਾਰਾਨਾ ਹਰਕਤ ਨਾ ਕਰਨ ਦੀ ਚੇਤਾਵਨੀ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਮੈਂ ਵਾਂਗ ਯੀ ਨੂੰ ਸਪਸ਼ਟ ਕਹਿ ਦਿੱਤਾ ਹੈ ਕਿ ਅਮਰੀਕਾ ਇਸ ਤਰ੍ਹਾਂ ਦੀ ਹਰਕਤ ਬਰਦਾਸ਼ਤ ਨਹੀਂ ਕਰੇਗਾ ਤੇ ਦੁਬਾਰਾ ਨਹੀਂ ਹੋਣਾ ਚਾਹੀਦਾ। ਉਹਨਾਂ ਨੇ ਇਸ ਤੇ ਕੋਈ ਮਾਫੀ ਨਹੀਂ ਮੰਗੀ। ਮੀਟਿੰਗ ਦੇ ਬਾਅਦ ਅਮਰੀਕੀ ਵਿਦੇਸ਼ ਮੰਤਰੀ ਵੱਲੋਂ ਜਾਰੀ ਇੱਕ ਸੰਦੇਸ਼ ਵਿੱਚ ਕਿਹਾ ਗਿਆ ਕਿ ਅਮਰੀਕਾ ਚਾਈਨਾ ਵੱਲੋਂ ਕੀਤੀ ਗਈ ਕਿਸੇ ਵੀ ਦਖਲਅੰਦਾਜ਼ੀ ਜਾਂ ਉਲੰਘਣ ਨੂੰ ਸਹਿਣ ਨਹੀਂ ਕਰੇਗਾ। ਚਾਈਨਾ ਨੇ ਆਪਣੇ ਸਰਵਿਸ ਲਾਂਚ ਪ੍ਰੋਗਰਾਮ ਜ਼ਰੀਏ ਲਗਭਗ 40 ਦੇਸ਼ਾਂ ਦੇ 에ਅਰ ਸਪੇਸ ਦਾ ਉਲੰਘਣਾ ਕੀਤੀ ਤੇ ਇਹ ਗੱਲ ਹੁਣ ਸਾਰਿਆਂ ਦੇ ਸਾਹਮਣੇ ਆ ਚੁੱਕੀ ਹੈ। US ਵਿਦੇਸ਼ ਮੰਤਰੀ ਦੇ ਨਾਲ ਫਿਰ ਮੁਲਾਕਾਤ ਦੇ ਸਵਾਲ ਤੇ ਵਾਂਗ ਯੀ ਨੇ ਕਿਹਾ ਕਿ ਅਮਰੀਕਾ ਚਾਈਨਾ ਨੂੰ ਲੈ ਕੇ ਭਰਮ 'ਚ ਹੈ। ਇਹ ਦੋਵੇਂ ਦੇਸ਼ਾਂ ਵਿੱਚ ਰਿਸ਼ਤਿਆਂ ਨੂੰ ਖਰਾਬ ਕਰ ਰਿਹਾ ਹੈ। ਅਮਰੀਕਾ ਹਰ ਤਰ੍ਹਾਂ ਤੋਂ ਚਾਈਨਾ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਇਸ ਵਿੱਚ ਦੂਜੇ ਦੇਸ਼ਾਂ ਨੂੰ ਸ਼ਾਮਲ ਕਰ ਰਿਹਾ ਹੈ। ਵਾਂਗ ਨੇ ਕਿਹਾ ਹੈ ਕਿ ਉਹਨਾਂ ਨੂੰ ਉਮੀਦ ਹੈ ਕਿ ਅਮਰੀਕਾ ਆਪਣੇ ਰਵੱਈਏ ਬਦਲਦੇ ਹੋਏ ਚੀਨ ਵੱਲੋਂ ਸਕਾਰਾਤਮਕ ਰੁਖ ਅਪਣਾਏਗਾ ਤੇ ਦੋਵਾਂ ਦੇਸ਼ਾਂ ਦੇ ਵਿੱਚ ਸੰਬੰਧਾਂ ਨੂੰ ਬਿਹਤਰ ਕਰਨ ਦੀ ਕੋਸ਼ਿਸ਼ ਕਰੇਗਾ। 3 ਫਰਵਰੀ ਨੂੰ ਅਮਰੀਕਾ ਵਿੱਚ ਚੀਨੀ ਸਪਲਾਈ ਬੈਲੂਨ ਦਿਖਣ ਤੇ ਫਿਰ 5 ਫਰਵਰੀ ਨੂੰ ਅਮਰੀਕੀ ਪ੍ਰੈਜ਼ੀਡੈਂਟ ਜੋ ਬਾਈਡਨ ਦੇ ਹੁਕਮ ਤੇ ਬੈਲੂਨ ਨੂੰ ਮਾਰ ਡੇਗਣ ਦੇ ਬਾਅਦ ਦੋਵਾਂ ਦੇਸ਼ਾਂ 'ਚ ਤਣਾਅ ਹੈ। ਬੈਲੂਨ ਦਿਖਣ ਦੇ ਬਾਅਦ ਬਲਿੰਕਨ ਨੇ ਆਪਣੀ ਚੀਨ ਯਾਤਰਾ ਰੱਦ ਕਰ ਦਿੱਤੀ ਸੀ। ਦੂਜੇ ਪਾਸੇ ਰੂਸ ਯੂਕਰੇਨ ਜੰਗ ਦੇ ਚੱਲਦੇ ਵੀ ਪੱਛਮੀ ਦੇਸ਼ਾਂ ਦੀ ਨਜ਼ਰ ਚੀਨ ਤੇ ਰੁਖ ਤੇ ਬਣੀ ਹੋਈ ਹੈ। ਅਫਗਾਨਿਸਤਾਨ ਦੇ ਕਾਰਜਕਾਰੀ ਪ੍ਰਸ਼ਾਸਨ ਨੇ ਆਰਥਿਕ ਗਤੀਵਿਧੀਆਂ ਨੂੰ ਹੱਲਾਸ਼ੇਰੀ ਦੇਣ ਦੇ ਲਈ ਪਹਿਲਾਂ ਦੇ ਅਮਰੀਕੀ ਫੌਜੀ ਟਿਕਾਣਿਆਂ ਨੂੰ ਆਰਥਿਕ ਖੇਤਰਾਂ 'ਚ ਬਦਲਣ ਦਾ ਫੈਸਲਾ ਲਿਆ। ਸਰਕਾਰੀ ਸਮਾਚਾਰ ਏਜੰਸੀ ਬਖਤਰ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਬਖਤਰ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਉਪ ਪ੍ਰਧਾਨ ਮੰਤਰੀ ਮੁੱਲਾ ਅਬਦੁਲ ਗਨੀ ਬਰਾਦਰ ਦੇ ਨਾਲ ਆਰਥਿਕ ਕਮਿਸ਼ਨ ਦੀ ਬੈਠਕ 'ਚ ਫੈਸਲਾ ਲਿਆ ਗਿਆ। ਪਾਇਲਟ ਪ੍ਰੋਜੈਕਟ ਕਾਬੁਲ ਅਤੇ ਬਲਖ ਨਾਲ ਦੇਸ਼ ਦੇ ਹੋਰ ਹਿੱਸਿਆਂ 'ਚ ਸ਼ੁਰੂ ਹੋਏਗਾ ਔਰ ਆਰਥਿਕ ਖੇਤਰ 'ਚ ਤਬਦੀਲ ਹੋਣ ਤੋਂ ਬਾਅਦ ਫੌਜੀ ਟਿਕਾਣਿਆਂ ਨੂੰ ਹੌਲੀ-ਹੌਲੀ ਵਪਾਰਕ ਅਤੇ ਉਦਯੋਗ ਮੰਤਰਾਲਾ ਨੂੰ ਸੌਂਪ ਦਿੱਤਾ ਜਾਏਗਾ। ਅਮਰੀਕਾ ਅਤੇ ਉਸਦੇ ਸਾਥੀਆਂ ਨੇ ਅਗਸਤ 2021 'ਚ ਅਫਗਾਨਿਸਤਾਨ 'ਚੋਂ ਫੌਜੀਆਂ ਨੂੰ ਹਟਾ ਲਿਆ ਸੀ, ਜਿਸ ਤੋਂ ਬਾਅਦ ਉਹਨਾਂ ਦੇ ਫੌਜੀ ਟਿਕਾਣਿਆਂ ਤੇ ਅਫਗਾਨਿਸਤਾਨ ਦਾ ਕਬਜ਼ਾ ਹੈ। ਉੱਤਰੀ ਕੋਰੀਆ ਨੇ ਅਮਰੀਕਾ ਅਤੇ ਦੱਖਣ ਕੋਰੀਆ ਵਿਚਾਲੇ ਪ੍ਰਸਤਾਵਿਤ ਫੌਜੀ ਅਭਿਆਸ ਨੂੰ ਲੈ ਕੇ ਵਾਧੂ ਕਦਮ ਚੁੱਕਣ ਦੀ ਧਮਕੀ ਦਿੱਤੀ ਅਤੇ ਕਿਹਾ ਕਿ ਅੰਤਰ-ਮਹਾਦੀਪੀ ਬੈਲਿਸਟਿਕ ਮਿਜ਼ਾਈਲ ਦੇ ਉਸਦੇ ਤਾਜ਼ਾ ਪਰੀਖਣ ਦਾ ਮਕਸਦ ਵਿਰੋਧੀਆਂ ਦੇ ਖਿਲਾਫ ਘਾਤਕ ਪਰਮਾਣੂ ਹਮਲੇ ਦੀ ਸਮਰੱਥਾ 'ਚ ਹੋਰ ਵਾਧਾ ਕਰਨਾ ਹੈ। ਉੱਤਰੀ ਕੋਰੀਆਈ ਧਮਕੀ ਦਾ ਜਵਾਬ ਅਮਰੀਕਾ ਨੇ ਲੰਬੀ ਦੂਰੀ ਤੱਕ ਮਾਰ ਕਰਨ 'ਚ ਸਮਰੱਥ ਸੁਪਰਸੋਨਿਕ ਬੰਬਾਰ ਦੀ ਉਡਾਣ ਨਾਲ ਦਿੱਤਾ। ਬਾਅਦ ਵਿੱਚ ਅਮਰੀਕਾ ਨੇ ਦੱਖਣ ਕੋਰੀਆਈ ਅਤੇ ਜਾਪਾਨੀ ਲੜਾਕੂ ਜਹਾਜ਼ਾਂ ਦੇ ਨਾਲ ਯੁੱਧ ਅਭਿਆਸ ਕੀਤਾ, ਪਰ ਹੁਣ ਕਿਮ ਯੋਂਗ ਫਿਰ ਤੋਂ ਭੜਕ ਉੱਠਿਆ ਹੈ। ਉਸਨੇ ਇਸ ਦੇ ਲਈ ਅਮਰੀਕਾ ਨੂੰ ਸਖਤ ਚੇਤਾਵਨੀ ਦੇ ਦਿੱਤੀ ਹੈ। ਉੱਤਰੀ ਕੋਰੀਆ ਨੇ ਐਤਵਾਰ ਨੂੰ ਕਿਹਾ ਇੱਕ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ ਦੇ ਉਸਤੇ ਤਾਜ਼ਾ ਪਰੀਖਣ ਦਾ ਉਦੇਸ਼ ਵਿਰੋਧੀਆਂ ਦੇ ਖਿਲਾਫ ਘਾਤਕ ਪਰਮਾਣੂ ਹਮਲੇ ਨੂੰ ਪ੍ਰਦਾਨ ਕਰਨ ਦੀ ਆਪਣੀ ਸਮਰੱਥਾ ਨੂੰ ਹੋਰ ਵਧਾਉਣਾ ਹੈ। ਜ਼ਾਹਿਰ ਹੈ ਕਿ ਕਿਮ ਯੋਂਗ ਉਨ ਇਹ ਕਹਿ ਕੇ ਅਮਰੀਕਾ ਤੇ ਦੱਖਣੀ ਕੋਰੀਆ ਨੂੰ ਵੱਡਾ ਸੰਦੇਸ਼ ਦੇਣਾ ਚਾਹੁੰਦੇ ਨੇ ਕਿ ਉਹ ਕਿਸੇ ਵੀ ਹਾਲਤ ਵਿੱਚ ਦੱਬਣ ਵਾਲਾ ਨਹੀਂ ਹੈ। ਸ਼ਨੀਵਾਰ ਨੂੰ ਹੋਇਆ ਅੰਤਰ ਮਹਾਦੀਪੀ ਬੈਲਿਸਟਿਕ ਮਿਜ਼ਾਈਲ ਪ੍ਰੀਖਣ 1 ਜਨਵਰੀ ਦੇ ਬਾਅਦ ਤੋਂ ਉੱਤਰੀ ਕੋਰੀਆ ਦਾ ਪਹਿਲਾ ਮਿਜ਼ਾਈਲ ਪ੍ਰੀਖਣ ਹੈ। ਇਸ ਤੋਂ ਸੰਕੇਤ ਮਿਲਦਾ ਹੈ ਕਿ ਉੱਤਰ ਕੋਰੀਆ ਦੇ ਨੇਤਾ ਕਿਮ ਯੋਂਗ ਉਨ ਆਪਣੇ ਵਿਰੋਧੀਆਂ ਦੇ ਫੌਜੀ ਅਭਿਆਸ ਦੀ ਵਰਤੋਂ ਆਪਣੇ ਦੇਸ਼ ਦੇ ਪਰਮਾਣੂ ਸਮਰੱਥਾ ਦਾ ਵਿਸਥਾਰ ਕਰਨ ਦੇ ਮੌਕੇ ਦੇ ਰੂਪ ਵਿੱਚ ਕਰ ਰਹੇ ਨੇ, ਤਾਂ ਕਿ ਅਮਰੀਕਾ ਨਾਲ ਭਵਿੱਖ ਵਿੱਚ ਹੋਣ ਵਾਲੇ ਸਮਝੌਤਿਆਂ 'ਚ ਇਸ ਦਾ ਫਾਇਦਾ ਚੁੱਕਿਆ ਜਾ ਸਕੇ। ਡਾਊਨਟਾਊਨ ਟੋਰਾਂਟੋ ਵਿੱਚ ਸ਼ੁਰੇਬਾਜ਼ੀ ਦੀ ਵਾਪਰੀ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਮਸ਼ਕੂਕ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਐਤਵਾਰ ਨੂੰ ਰਾਤੀ 9:30 ਤੋਂ ਬਾਅਦ ਵਾਰਡ ਸਟਰੀਟ ਤੇ ਡੰਡਾਸ ਸਟਰੀਟ ਈਸਟ ਇਲਾਕੇ 'ਚ ਇੱਕ ਵਿਅਕਤੀ ਵੱਲੋਂ ਦੂਜੇ ਵਿਅਕਤੀ ਦੇ ਪੇਟ ਵਿੱਚ ਚਾਕੂ ਮਾਰ ਦਿੱਤਾ ਗਿਆ।
ਜ਼ਖਮੀ ਵਿਅਕਤੀ ਦੀ ਹਾਲਤ ਬਾਰੇ ਅਜੇ ਕੋਈ ਜਾਣਕਾਰੀ ਹਾਸਲ ਨਹੀਂ ਹੋਈ ਹੈ। ਮਸ਼ਕੂਕ ਆਪਣੇ ਪਜਾਮਿਆਂ ਵਿੱਚ ਦੱਸਿਆ ਜਾਂਦਾ ਹੈ, ਜਿਸ ਦੀ ਲੰਬੀ ਚਿੱਟੀ ਦਾੜੀ ਹੈ। ਟਵਿੱਟਰ ਵਾਂਗ ਹੁਣ ਫੇਸਬੁੱਕ ਨੇ ਵੀ ਆਪਣੇ ਗਾਹਕਾਂ ਦੇ ਲਈ ਵੈਰੀਫਾਈਡ ਸਬਸਕ੍ਰਿਪਸ਼ਨ ਸੇਵਾ ਲਿਆਂਦੀ ਹੈ। ਫੇਸਬੁੱਕ ਦੇ ਮਾਲਕ ਮਾਰਕ ਜ਼ਕਰਬਰਗ ਨੇ ਇਸ ਦਾ ਐਲਾਨ ਕੀਤਾ। ਜਲਦ ਹੀ ਗਾਹਕਾਂ ਨੂੰ ਬਲੂ ਟਿਕ ਸੇਵਾ ਦੇ ਲਈ ਫੇਸਬੁੱਕ ਦਾ ਭੁਗਤਾਨ ਕਰਨਾ ਹੋਏਗਾ। ਐਤਵਾਰ 19 ਫਰਵਰੀ ਨੂੰ ਮਾਰਕ ਜ਼ਕਰਬਰਗ ਨੇ ਇੱਕ ਫੇਸਬੁੱਕ ਪੋਸਟ ਰਾਹੀਂ ਸਬਸਕ੍ਰਿਪਸ਼ਨ ਸੇਵਾ ਬਾਰੇ ਜਾਣਕਾਰੀ ਦਿੱਤੀ। ਜ਼ਕਰਬਰਗ ਨੇ ਪੋਸਟ ਵਿੱਚ ਲਿਖਿਆ, ਇਸ ਹਫ਼ਤੇ ਅਸੀਂ ਮੈਟਾ ਵੈਰੀਫਾਈਡ ਲਾਂਚ ਕਰ ਰਹੇ ਹਾਂ। ਇੱਕ ਸਬਸਕ੍ਰਿਪਸ਼ਨ ਸੇਵਾ ਹੈ ਜੋ ਇੱਕ ਸਰਕਾਰੀ ਸਰਟੀਫਿਕੇਟ ਨਾਲ ਤੁਹਾਨੂੰ ਆਪਣੇ ਅਕਾਊਂਟ ਦੀ ਪੁਸ਼ਟੀ ਕਰਨ ਦੇਗੀ। ਜ਼ਕਰਬਰਗ ਦੇ ਮੁਤਾਬਕ ਹੁਣ ਗਾਹਕ ਬਲੂ ਬੈਂਚ ਸੇਮ ਆਈ ਵਾਲੇ ਫਰਜ਼ੀ ਖਾਤਿਆਂ ਖਿਲਾਫ ਸੁਰੱਖਿਆ ਤੇ ਕਸਟਮਰ ਸਪੋਰਟ ਤੱਕ ਸਿੱਧੀ ਪਹੁੰਚ ਹਾਸਲ ਕਰ ਸਕਣਗੇ। ਉਹਨਾਂ ਨੇ ਕਿਹਾ ਕਿ ਇਹ ਨਵਾਂ ਫੀਚਰ ਫੇਸਬੁੱਕ ਦੀਆਂ ਸੇਵਾਵਾਂ 'ਚ ਪ੍ਰਮਾਣਿਕਤਾ ਸੁਰੱਖਿਆ ਨੂੰ ਵਧਾਉਣ ਬਾਰੇ ਹੈ। ਮੈਟਾ ਵੈਰੀਫਾਈਡ ਸਰਵਿਸ ਦਾ ਐਲਾਨ ਕਰਦੇ ਹੋਏ ਜ਼ਕਰਬਰਗ ਨੇ ਯੂਜ਼ਰਸ ਨੂੰ ਇਹ ਵੀ ਦੱਸਿਆ ਕਿ ਉਹਨਾਂ ਨੂੰ ਕਿੰਨੀ ਰਕਮ ਖਰਚ ਕਰਨੀ ਪਏਗੀ। ਜ਼ਕਰਬਰਗ ਦੇ ਮੁਤਾਬਕ ਇੱਕ ਉਪਭੋਗਤਾ ਨੂੰ ਵੈਬ ਆਧਾਰਿਤ ਤਸਦੀਕ ਦੇ ਲਈ ਪ੍ਰਤੀ ਮਹੀਨਾ $11.99 ਅਤੇ iOS ਤੇ ਸੇਵਾ ਦੇ ਲਈ ਪ੍ਰਤੀ ਮਹੀਨਾ $14.99 ਦਾ ਭੁਗਤਾਨ ਕਰਨਾ ਹੋਏਗਾ। ਮਾਰਕ ਜ਼ਕਰਬਰਗ ਦੇ ਮੁਤਾਬਕ ਮੈਟਾ ਵੈਰੀਫਾਈਡ ਸਬਸਕ੍ਰਿਪਸ਼ਨ ਸੇਵਾ ਇਸ ਹਫ਼ਤੇ 'ਚ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਲਈ ਸ਼ੁਰੂ ਕੀਤੀ ਜਾਏਗੀ। ਉਹਨਾਂ ਨੇ ਕਿਹਾ ਕਿ ਜਲਦੀ ਹੀ ਇਹ ਸੇਵਾ ਹੋਰਨਾਂ ਦੇਸ਼ਾਂ ਲਈ ਸ਼ੁਰੂ ਹੋ ਜਾਏਗੀ। ਫੇਸਬੁੱਕ ਦੀ ਇਹ ਸੇਵਾ ਭਾਰਤ ਵਿੱਚ ਕਦੋਂ ਲਾਗੂ ਹੋਏਗੀ, ਇਸ ਬਾਰੇ ਅਜੇ ਜਾਣਕਾਰੀ ਨਹੀਂ ਦਿੱਤੀ ਗਈ ਹੈ। ਕੈਨੇਡਾ ਦੀ ਮੀਡੀਆ ਦੇ ਵਿੱਚ ਚੱਲ ਰਹੀਆਂ ਖਬਰਾਂ ਦੇ ਮੁਤਾਬਕ 2021 ਦੀਆਂ ਚੋਣਾਂ ਵਿੱਚ ਚਾਈਨਾ ਨੇ ਸੱਤਾਧਾਰੀ ਲਿਬਰਲ ਪਾਰਟੀ ਦੇ ਪੱਖ ਵਿੱਚ ਸੰਘੀ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦੇ ਲਈ ਇੱਕ ਮੁਹਿੰਮ ਚਲਾਈ ਸੀ। ਸ਼ੁੱਕਰਵਾਰ ਨੂੰ ਕੈਨੇਡੀਅਨ ਮੀਡੀਆ ਨੇ ਇਸ ਸੰਬੰਧੀ ਖੁਲਾਸਾ ਕੀਤਾ। ਕੈਨੇਡਾ ਦੇ ਮਸ਼ਹੂਰ ਅਖਬਾਰ ਦਾ ਗਲੋਬ ਐਂਡ ਮੇਲ ਵਿੱਚ ਖੋਜੀ ਰਿਪੋਰਟ ਛਪੀ ਹੈ। ਇਸ ਰਿਪੋਰਟ ਵਿੱਚ ਰੌਬਰਟ ਫਿਫ ਅਤੇ ਸਟੀਵਨ ਚੇਜ਼ ਨੇ ਦਾਅਵਾ ਕੀਤਾ ਹੈ ਕਿ ਚੀਨ ਨੇ 2021 ਦੀਆਂ ਸੰਘੀ ਚੋਣ ਮੁਹਿੰਮ ਵਿੱਚ ਕੈਨੇਡਾ ਦੇ ਲੋਕਤੰਤਰ ਨੂੰ ਪ੍ਰਭਾਵਿਤ ਕਰਨ ਦੇ ਲਈ ਇੱਕ ਰਣਨੀਤਿਕ ਦੀ ਵਰਤੋਂ ਕੀਤੀ ਸੀ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਚੀਨੀ ਡਿਪਲੋਮੈਟਾਂ ਤੇ ਉਹਨਾਂ ਦੇ ਪ੍ਰਤੀਨਿਧੀਆਂ ਨੇ ਜਸਟਿਨ ਟਰੂਡੋ ਅਤੇ ਉਹਨਾਂ ਦੇ ਸਮਰਥਕ ਉਮੀਦਵਾਰਾਂ ਨੂੰ ਚੋਣ ਵਿੱਚ ਜਿਤਵਾਉਣ ਦੇ ਲਈ ਸਮਰਥਨ ਦਿੱਤਾ ਸੀ ਅਤੇ ਕੰਜ਼ਰਵੇਟਿਵ ਪਾਰਟੀ ਦੇ ਲੋਕਾਂ ਨੂੰ ਹਰਾਉਣ ਦੇ ਲਈ ਕੰਮ ਕੀਤਾ ਸੀ, ਕਿਉਂਕਿ ਕੰਜ਼ਰਵੇਟਿਵ ਵਾਲੇ ਚੀਨ ਦੇ ਕਰੀਬੀ ਨਹੀਂ ਰਹੇ ਨੇ। ਰਿਪੋਰਟ ਵਿੱਚ ਦੱਸਿਆ ਗਿਆ ਕਿ ਖੁਫੀਆ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਬੀਜਿੰਗ ਨੇ ਇਹ ਤੈਅ ਕਰ ਲਿਆ ਸੀਗਾ ਕਿ ਚੋਣਾਂ ਵਿੱਚ ਕੰਜ਼ਰਵੇਟਿਵ ਦੀ ਜਿੱਤ ਨਾ ਹੋਏ। ਇਸ ਦੇ ਲਈ ਚੀਨ ਨੇ ਵੈਨਕੂਵਰ ਅਤੇ GTA ਵਿੱਚ ਪਰਦੇ ਦੇ ਪਿੱਛੇ ਰਹਿੰਦੇ ਹੋਏ ਚੀਨੀ ਕੈਨੇਡੀਅਨ ਸੰਗਠਨਾਂ ਦੇ ਵਿਚਕਾਰ ਗਲਤ ਪ੍ਰਚਾਰ ਮੁਹਿੰਮਾਂ ਨੂੰ ਬਲ ਦਿੱਤਾ ਸੀ। ਵੈਨਕੂਵਰ ਅਤੇ GTO ਦੇ ਵਿੱਚ ਵੱਡੀ ਗਿਣਤੀ ਵਿੱਚ ਚੀਨੀ ਪ੍ਰਵਾਸੀ ਭਾਈਚਾਰਾ ਹੈ ਜੋ ਕੰਜ਼ਰਵੇਟਿਵ ਦਾ ਵਿਰੋਧ ਅਤੇ ਟਰੂਡੋ ਉਦਾਰਵਾਦੀਆਂ ਦਾ ਪੱਖ ਲੈਂਦੇ ਰਹੇ ਨੇ। CSIS ਦੇ ਦਸਤਾਵੇਜ਼ਾਂ 'ਚ ਕਿਹਾ ਗਿਆ ਹੈ ਕਿ ਚੀਨੀ ਵਣਜ ਦੂਤਘਰ ਦਾ ਇੱਕ ਅਣਪਛਾਤਾ ਅਫਸਰ ਕਹਿ ਰਿਹਾ ਸੀਗਾ ਕਿ ਕੈਨੇਡਾ ਦੀ ਲਿਬਰਲ ਪਾਰਟੀ ਹੀ ਇੱਕੋ ਇੱਕ ਅਜਿਹੀ ਪਾਰਟੀ ਬਣ ਰਹੀ ਹੈ ਜਿਸ ਦਾ ਪੀਪਲਜ਼ ਰਿਪਬਲਿਕ ਆਫ ਚਾਈਨਾ ਸਮਰਥਨ ਕਰ ਸਕਦਾ ਹੈ। ਰਿਪੋਰਟ ਵਿੱਚ ਕਿਹਾ ਗਿਆ ਕਿ ਬੀਜਿੰਗ ਚਾਹੁੰਦਾ ਸੀਗਾ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਦੀ ਸਰਕਾਰ ਬਣੇ, ਪਰ ਇਹ ਘੱਟ ਗਿਣਤੀ ਦੀ ਸਰਕਾਰ ਹੋਏ ਤਾਂ ਜੋ ਸੰਸਦ ਦੇ ਵਿੱਚ ਪਾਰਟੀਆਂ ਲੜਦੀਆਂ ਰਹਿਣ, ਕਿਉਂਕਿ ਬਹੁਮਤ ਮਿਲਣ ਤੇ ਆਸਾਨੀ ਨਾਲ ਸਖਤ ਨਿਯਮ ਬਣਾਏ ਜਾ ਸਕਦੇ ਨੇ ਜਿਸ ਨੂੰ ਚਾਈਨਾ ਪਸੰਦ ਨਹੀਂ ਕਰਦਾ। ਕੈਨੇਡਾ 'ਚ ਪੰਜਾਬੀ ਲੜਕੇ ਲੜਕੀਆਂ ਦੀ ਮੌਤ ਦੀਆਂ ਖਬਰਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਮੰਦਭਾਗੀਆਂ ਖਬਰਾਂ ਪੰਜਾਬ ਤੋਂ ਪੁੱਜ ਰਹੀਆਂ ਨੇ। ਤਾਜ਼ਾ ਮਾਮਲਾ ਤਰਨਤਾਰਨ ਤੋਂ ਸਾਹਮਣੇ ਆ ਰਿਹਾ ਹੈ, ਜਿੱਥੋਂ ਦੇ ਪਿੰਡ ਘਰਿਆਲੀ ਦਾ ਵਾਸੀ ਨੌਜਵਾਨ ਜਗਦੀਪ ਸਿੰਘ 4 ਸਾਲ ਪਹਿਲਾਂ ਕੈਨੇਡਾ ਗਿਆ ਸੀ। ਉੱਥੇ ਉਸ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਸਕਾਰਬਰੋ 'ਚ 2 ਲੋਕਾਂ ਵਿਚਾਲੇ ਹੋਏ ਝਗੜੇ ਦੇ ਦੌਰਾਨ ਇੱਕ ਦੇ ਛੁਰਾ ਲੱਗਿਆ ਸੀ, ਜਿਸ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ। ਮ੍ਰਿਤਕ ਦੀ ਪਛਾਣ ਟੋਰਾਂਟੋ ਦੇ ਵਾਸੀ 37 ਸਾਲਾ ਕਿਰਕ ਕਾਰਗਿਲ ਵਜੋਂ ਹੋਈ। ਟੋਰਾਂਟੋ ਪੁਲਿਸ ਨੇ ਇਸ ਮਾਮਲੇ ਵਿੱਚ ਟੋਰਾਂਟੋ ਦੇ ਵਾਸੀ 27 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ, ਜਿਸ ਤੇ ਸੈਕੰਡ ਡਿਗਰੀ ਮਰਡਰ ਦੇ ਦੋਸ਼ ਆਇਦ ਕੀਤੇ ਗਏ। 1 ਸਾਲ ਪਹਿਲਾਂ ਕੈਨੇਡਾ ਦੀ ਰਾਜਧਾਨੀ ਦੇ ਵਿੱਚ ਫਰੀडम ਕਨਵੋਏ ਦੇ ਨਾਂ ਹੇਠ ਇਕੱਠੇ ਹੋਏ ਵੱਡੀ ਗਿਣਤੀ ਪ੍ਰਦਰਸ਼ਨਕਾਰੀਆਂ ਨੇ ਹੜਦੰਗ ਮਚਾਉਂਦਿਆਂ ਸਰਕਾਰ ਦੇ ਨੱਕ ਵਿੱਚ ਦਮ ਕਰ ਦਿੱਤਾ ਸੀ। ਆਖਿਰਕਾਰ ਟਰੂਡੋ ਸਰਕਾਰ ਨੇ ਐਮਰਜੈਂਸੀ ਐਕਟ ਦੀ ਵਰਤੋਂ ਕਰਦਿਆਂ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਖਦੇੜ ਦਿੱਤਾ। ਫਰਵਰੀ 2022 ਨੂੰ ਹੋਈ ਇਸ ਘਟਨਾ ਤੋਂ 1 ਸਾਲ ਬਾਅਦ ਓਟਾਵਾ 'ਚ ਹੁਣ ਫਿਰ ਫਰੀडम ਕਨਵੋਏ ਦੇ ਮੈਂਬਰ ਇਕੱਠੇ ਹੋਏ ਤੇ ਉਹਨਾਂ ਨੇ ਇਸ ਦੀ ਵਰ੍ਹੇਗੰਢ ਮਨਾਉਂਦਿਆਂ ਰਾਜਧਾਨੀ 'ਚ ਰੈਲੀ ਕੀਤੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀਰਵਾਰ ਨੂੰ ਬਹਾਮਾਸ ਵਿੱਚ ਹਾਇਤੀ ਲਈ ਨਵੀਂ ਮਦਦ ਦਾ ਐਲਾਨ ਕੀਤਾ ਗਿਆ ਸੀ। ਇਸ ਦੇ ਨਾਲ ਹੀ ਸਰਵੇਲੈਂਸ ਲਈ ਨੇਵੀ ਦੇ ਬੇੜੇ ਤਾਇਨਾਤ ਕਰਨ ਦਾ ਵਾਅਦਾ ਕੀਤਾ ਗਿਆ ਸੀ, ਪਰ ਟਰੂਡੋ ਨੇ ਆਪਣੇ ਹਮਰੁਤਬਾ ਅਧਿਕਾਰੀਆਂ ਵੱਲੋਂ ਫੌਜੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਮੰਗ ਨੂੰ ਨਹੀਂ ਮੰਨਿਆ।
ਜ਼ਿਕਰਯੋਗ ਹੈ ਕਿ ਕੁਝ ਮਾਹਿਰਾਂ ਦੇ ਵੱਲੋਂ ਟਰੂਡੋ ਨੂੰ ਵਿਦੇਸ਼ੀ ਦਖਲ ਉੱਤੇ ਨਕੇਲ ਕੱਸਣ ਦੀ ਸਲਾਹ ਦਿੱਤੀ ਗਈ ਸੀ। ਵੀਰਵਾਰ ਨੂੰ 20 ਕੈਰੀਬੀਆਈ ਕਮਿਊਨਿਟੀ ਆਗੂਆਂ ਦੇ ਨਾਲ ਹੋਈ ਮੀਟਿੰਗ 'ਚ ਟਰੂਡੋ ਨੇ ਆਖਿਆ ਕਿ ਕੈਨੇਡਾ ਸੰਕਟ ਦੇ ਨਾਲ ਚੰਬੇ ਇਸ ਦੇਸ਼ ਦੇ ਲਈ ਕੈਨੇਡਾ ਵੱਲੋਂ 12.3 ਮਿਲੀਅਨ ਡਾਲਰ ਦੀ ਮਨੁੱਖਤਾਵਾਦੀ ਮਦਦ ਦਿੱਤੀ ਜਾਏਗੀ। ਇਸ ਤੋਂ ਇਲਾਵਾ ਇਸ ਰੀਜਨ ਵਿੱਚ ਮਾਈਗ੍ਰੈਂਟਸ ਦੀ ਮਦਦ ਕਰਨ ਦੇ ਲਈ ਮਾਈਗ੍ਰੇਸ਼ਨ ਸੰਬੰਧੀ ਇੰਟਰਨੈਸ਼ਨਲ ਆਫਿਸ 10 ਮਿਲੀਅਨ ਡਾਲਰ ਦੀ ਮਦਦ ਵੱਖਰੀ ਦੇਗਾ। ਟਰੂਡੋ ਨੇ ਇਸ ਮੌਕੇ ਆਖਿਆ ਕਿ ਅਸੀਂ ਹਾਈਤੀ ਦੇ ਕੁਝ ਲੋਕਾਂ ਦੀਆਂ ਤਕਲੀਫਾਂ ਨੂੰ ਹੱਦ ਤੱਕ ਘੱਟ ਕਰਨ ਦੇ ਲਈ ਇਸ ਤਰ੍ਹਾਂ ਦੀ ਮਦਦ ਲੈ ਸਕਦੇ ਹਾਂ, ਪਰ ਉਹਨਾਂ ਨੂੰ ਆਪਣੇ ਭਵਿੱਖ ਨੂੰ ਸੰਵਾਰਨ ਦੇ ਲਈ ਆਪਣਾ ਕੰਮ ਕਰਨਾ ਹੋਵੇਗਾ। ਉਹਨਾਂ ਨੇ ਕਿਹਾ ਕਿ ਅਗਲੇ ਕੁਝ ਹਫ਼ਤਿਆਂ ਦੇ ਵਿੱਚ ਰਾਇਲ ਕੈਨੇਡੀਅਨ ਨੇਵੀ ਦੇ ਕੁਝ ਬੇੜੇ ਖੁਫੀਆ ਜਾਣਕਾਰੀ ਹਾਸਲ ਕਰਨ ਦੇ ਲਈ ਹਾਈਤੀ ਦੇ ਤੱਟ ਉੱਤੇ ਤਾਇਨਾਤ ਕਰ ਦਿੱਤੇ ਜਾਣਗੇ। ਮਹਿਲਾ ਨੂੰ ਅਗਵਾ ਕਰਨ ਦੇ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਜਨਤਾ ਕੋਲੋਂ ਮਦਦ ਮੰਗੀ ਜਾ ਰਹੀ ਹੈ। ਜਾਂਚਕਾਰਾਂ ਨੇ ਦੱਸਿਆ ਕਿ ਸ਼ਨੀਚਰਵਾਰ ਰਾਤੀ 9 ਵਜੇ ਉਹਨਾਂ ਨੂੰ ਕਈ ਕਾਲਸ ਮਿਲੀਆਂ ਕਿ ਲਾਰੈਂਸ ਐਵਨਿਊ ਵੈਸਟ ਤੇ ਐਗਲਿੰਟਨ ਐਵਨਿਊ ਵੈਸਟ ਦਰਮਿਆਨ ਐਲਨ ਰੋਡ ਦੀਆਂ ਉੱਤਰ ਵਾਲੀਆਂ ਲੇਨਸ ਉੱਤੇ ਇੱਕ ਪੁਰਸ਼ ਤੇ ਮਹਿਲਾ ਬਹਿਸ ਰਹੇ ਨੇ। ਪੁਲਿਸ ਨੇ ਦੱਸਿਆ ਕਿ ਚਸ਼ਮਦੀਦਾ ਵੱਲੋਂ ਉਹਨਾਂ ਨੂੰ ਦੱਸਿਆ ਗਿਆ ਕਿ ਮੌਕੇ ਤੋਂ ਫਰਾਰ ਹੋਣ ਤੋਂ ਪਹਿਲਾਂ ਪੁਰਸ਼ ਨੇ ਮਹਿਲਾ ਨੂੰ ਖਿੱਚ ਕੇ ਗੱਡੀ ਅੰਦਰ ਵਾੜ ਲਿਆ। ਮਹਿਲਾ ਦੇ ਕਾਲੇ ਲੰਬੇ ਵਾਲ ਦੱਸੇ ਜਾਂਦੇ ਨੇ ਤੇ ਉਸ ਨੂੰ ਆਖਰੀ ਵਾਰ ਚਿੱਟੇ ਰੰਗ ਦੀ ਪਫੀ ਜੈਕਟ ਪਾਇਆ ਵੇਖਿਆ ਗਿਆ ਸੀ। ਮਸ਼ਕੂਕ ਕੱਦ ਵਿੱਚ ਛੋਟਾ ਪਰ ਤਕੜੀ ਕੱਦ ਕਾਠੀ ਵਾਲਾ ਵਿਅਕਤੀ ਦੱਸਿਆ ਜਾਂਦਾ ਹੈ ਜਿਸਨੇ ਕਾਲੀ ਜੈਕਟ ਪਾਈ ਹੋਈ ਸੀ। ਜਿਸ ਗੱਡੀ ਵਿੱਚ ਮਹਿਲਾ ਨੂੰ ਅਗਵਾ ਕਰਕੇ ਲਿਜਾਇਆ ਗਿਆ ਉਹ ਕਾਲੇ ਰੰਗ ਦੀ BMW 3 ਸੀਰੀਜ਼ ਦੀ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਵਾਪਰਿਆ ਸ਼ਹੀਦੀ ਸਾਕਾ ਮਨਾਉਣ ਦੇ ਲਈ ਪਾਕਿਸਤਾਨ ਜਾਣ ਵਾਲੀ ਸਿੱਖ ਸੰਗਤ ਨੂੰ ਵੀਜ਼ਾ ਨਾ ਦੇ ਕੇ ਸੰਗਤ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਦਿੱਲੀ ਸਿੱਖ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕੀਤਾ। ਉਹਨਾਂ ਨੇ ਕਿਹਾ ਕਿ ਨਵੀਂ ਦਿੱਲੀ ਵਿਖੇ ਸਥਿਤ ਪਾਕਿਸਤਾਨੀ ਦੂਤਵਾਸ ਦੇ ਸੀਨੀਅਰ ਅਧਿਕਾਰੀਆਂ ਨੂੰ ਪਾਕਿਸਤਾਨ ਹਾਈ ਕਮਿਸ਼ਨ ਵਿਖੇ ਕਈ ਦਿਨਾਂ ਤੋਂ ਪਾਸਪੋਰਟ ਜਮ੍ਹਾਂ ਕਰਵਾਉਣ ਦੇ ਬਾਵਜੂਦ 140 ਦੇ ਕਰੀਬ ਭਾਰਤੀ ਸਿੱਖ ਸ਼ਰਧਾਲੂਆਂ, ਜਿਨ੍ਹਾਂ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਅਰਦਾਸੀਏ ਪ੍ਰਚਾਰਕ ਤੇ ਗ੍ਰੰਥੀ ਸਿੰਘ ਵੀ ਸ਼ਾਮਲ ਨੇ, ਉਹਨਾਂ ਨੂੰ ਵੀਜ਼ਾ ਨਾ ਦੇ ਕੇ ਇਹ ਦੱਸ ਦਿੱਤਾ ਹੈ ਕਿ ਸਿੱਖਾਂ ਨੂੰ ਆਪਣੇ ਗੁਰੂ ਘਰਾਂ ਦੇ ਦਰਸ਼ਨ ਦੀਦਾਰ ਕਰਨ ਤੋਂ ਰੋਕਿਆ ਜਾ ਸਕਦਾ ਹੈ। ਸਰਨਾ ਨੇ ਕਿਹਾ ਕਿ 22 ਸਾਲਾਂ ਵਿੱਚ ਪਹਿਲੀ ਵਾਰ ਪਾਕਿਸਤਾਨ ਹਾਈ ਕਮਿਸ਼ਨ ਵੱਲੋਂ ਭਾਰਤੀ ਸਿੱਖ ਸ਼ਰਧਾਲੂਆਂ ਦੇ ਪਾਸਪੋਰਟ ਜਮ੍ਹਾਂ ਕਰਕੇ ਵਾਪਸ ਖਾਲੀ ਹੱਥ ਭੇਜ ਦਿੱਤਾ ਗਿਆ। ਉਹਨਾਂ ਨੇ ਪਾਕਿਸਤਾਨ ਸਰਕਾਰ ਤੇ ਪਾਕਿਸਤਾਨ ਔਕਾਫ ਬੋਰਡ ਜੋ ਕਿ ਉੱਥੋਂ ਦੇ ਗੁਰਧਾਮਾਂ ਦੀ ਸਾਂਭ ਸੰਭਾਲ ਕਰਦੇ ਨੇ ਨੂੰ ਅਪੀਲ ਕੀਤੀ ਹੈ ਕਿ ਸਿੱਖ ਸੰਗਤ ਨੂੰ ਦੱਸਿਆ ਜਾਵੇ ਕਿ ਸਾਕਾ ਨਨਕਾਣਾ ਸਾਹਿਬ ਮਨਾਉਣ ਦੇ ਲਈ ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਵੀਜ਼ੇ ਕਿਉਂ ਨਹੀਂ ਦਿੱਤੇ ਗਏ। ਭਾਰਤ ਤੇ ਪਾਕਿਸਤਾਨ ਹਾਈ ਕਮਿਸ਼ਨ ਤੇ ਜਦੋਂ ਉਹਨਾਂ ਇਸ ਸੰਬੰਧੀ ਪੁੱਛਿਆ ਤਾਂ ਪਾਕਿਸਤਾਨ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੇ ਕੋਈ ਠੋਸ ਜਵਾਬ ਨਹੀਂ ਦਿੱਤਾ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰੋਟੋਕਾਲ ਦੇ ਅਨੁਸਾਰ ਕੇਵਲ ਭਾਰਤ ਪਾਕਿਸਤਾਨ ਸੰਦੇਸ਼ਾਂ ਦੀ ਵੰਡ ਤੋਂ ਬਾਅਦ 4 ਸਿੱਖ ਸ਼ਰਧਾਲੂਆਂ ਦੇ ਜਥਿਆਂ ਨੂੰ ਵੀ ਪਾਕਿਸਤਾਨ ਸਰਕਾਰ ਪ੍ਰਵਾਨਿਤ ਕਰਦੀ ਹੈ। ਸਾਕਾ ਨਨਕਾਣਾ ਸਾਹਿਬ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਮਨਾਉਣ ਦੇ ਲਈ ਉਹ 22 ਸਾਲ ਤੋਂ ਜਥਾ ਲੈ ਕੇ ਜਾ ਰਹੇ ਨੇ। ਉਸ ਸਮੇਂ ਇਹ ਪ੍ਰੋਟੋਕਾਲ ਕਿੱਥੇ ਸੀ? ਉਹਨਾਂ ਨੇ ਕਿਹਾ ਕਿ ਇਸ ਵਾਰ ਸਾਕਾ ਨਨਕਾਣਾ ਮਨਾਉਣ ਤੋਂ ਖੁੰਝੇ ਭਾਰਤੀ ਸ਼ਰਧਾਲੂਆਂ ਨੂੰ ਭਾਰੀ ਠੇਸ ਪਹੁੰਚੀ ਹੈ। ਇਹ ਪਾਕਿਸਤਾਨ ਸਰਕਾਰ ਦੇ ਲਈ ਕੋਈ ਚੰਗੀ ਗੱਲ ਨਹੀਂ ਹੈ। ਇਸ ਸੰਬੰਧੀ ਉਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਤੇ ਪਾਕਿਸਤਾਨ ਔਕਾਫ ਬੋਰਡ ਦੇ ਚੇਅਰਮੈਨ ਨੂੰ ਲੰਬੇ ਸਮੇਂ ਤੋਂ ਮਿਲਦੇ ਆ ਰਹੇ ਵੀਜ਼ਿਆਂ ਸੰਬੰਧੀ ਗੱਲਬਾਤ ਕਰਕੇ ਉਹਨਾਂ ਦੇ ਧਿਆਨ ਵਿੱਚ ਲਿਆਉਣਗੇ। ਦੁਬਈ ਤੋਂ ਤ੍ਰਿਵੰਤਮਪੁਰਮ ਆਈ 에ਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਦੀ ਲੈਂਡਿੰਗ ਸਮੇਂ ਪਾਇਲਟ ਨੂੰ ਕੁਝ ਸਮੱਸਿਆ ਆਈ। ਇਸ ਤੇ ਉਹਨਾਂ ਨੇ ਇੱਥੋਂ ਦੇ ਹਵਾਈ ਅੱਡਿਆਂ ਤੋਂ ਮਦਦ ਦੀ ਮੰਗ ਕੀਤੀ। ਇਹ ਜਾਣਕਾਰੀ 에ਅਰਲਾਈਨ ਦੇ ਸੂਤਰਾਂ ਨੇ ਸਾਂਝੀ ਕੀਤੀ। ਸੂਤਰਾਂ ਨੇ ਦੱਸਿਆ ਕਿ ਜਹਾਜ਼ ਨੂੰ ਫਲਾਈਟ ਵੇ ਤੇ ਲਿਜਾਇਆ ਗਿਆ ਅਤੇ ਸਾਰੇ 148 ਯਾਤਰੀ ਸੁਰੱਖਿਅਤ ਨੇ। ਉਹਨਾਂ ਨੇ ਦੱਸਿਆ ਕਿ ਪਾਇਲਟ ਨੂੰ ਲੈਂਡਿੰਗ ਦੇ ਦੌਰਾਨ ਕੁਝ ਸਮੱਸਿਆ ਆਈ ਅਤੇ ਉਹਨਾਂ ਨੇ ਹਵਾਈ ਅੱਡੇ ਦੀ ਅਥਾਰਟੀ ਤੋਂ ਮਦਦ ਮੰਗੀ। ਤੈਅ ਸਮੇਂ ਤੇ ਜਹਾਜ਼ ਉਤਰ ਗਿਆ। ਪਾਇਲਟ ਨੇ ਕਿਸੇ ਐਮਰਜੈਂਸੀ ਦਾ ਐਲਾਨ ਨਹੀਂ ਕੀਤਾ। ਤੁਰਕੀ 'ਚ 6 ਫਰਵਰੀ ਨੂੰ ਆਏ ਵਿਨਾਸ਼ਕਾਰੀ ਭੂਚਾਲ ਦੇ ਮਲਬੇ 'ਚ ਲੋਕਾਂ ਦੀਆਂ ਤਲਾਸ਼ਾਂ ਅਜੇ ਜਾਰੀ ਨੇ। ਬਚਾਅ ਦੀਆਂ ਕੋਸ਼ਿਸ਼ਾਂ ਆਪਣੇ ਆਖਰੀ ਪੜਾਅ ਵੱਲ ਵਧਣੀਆਂ ਸ਼ੁਰੂ ਹੋ ਗਈਆਂ ਨੇ। ਭੂਚਾਲ ਪ੍ਰਭਾਵਿਤ 11 ਚੋਂ 9 ਸੂਬਿਆਂ 'ਚ ਬਚਾਅ ਦਾ ਕੰਮ ਖਤਮ ਹੋ ਚੁੱਕਾ ਹੈ। ਬਚਾਅ ਦਲ ਮਲਬੇ ਦੇ ਢੇਰ ਨੂੰ ਹਟਾਉਣ ਦੇ ਕੰਮ 'ਚ ਜੁਟੇ ਹੋਏ ਨੇ। ਤੁਰਕੀ ਅਤੇ ਸੀਰੀਆ 'ਚ ਲਾਸ਼ਾਂ ਦੀ ਗਿਣਤੀ ਵੱਧ ਕੇ 44,337 ਹੋ ਗਈ ਹੈ। ਦੇਸ਼ ਦੀ ਆਫਤ ਏਜੰਸੀ AFAD ਦੇ ਪ੍ਰਮੁੱਖ ਯੂਨਸ ਸੇਜ਼ਰ ਨੇ ਦੱਸਿਆ ਕਿ ਮ੍ਰਿਤਕਾਂ ਦੀ ਗਿਣਤੀ 'ਚ ਸ਼ਨੀਵਾਰ ਸ਼ਾਮ ਤੱਕ ਦੇ ਅੰਕੜਿਆਂ ਦੇ ਮੁਕਾਬਲੇ 47% ਤੱਕ ਦਾ ਵਾਧਾ ਹੋਇਆ। ਭੂਚਾਲ ਦਾ ਕੇਂਦਰ ਰਹੇ ਥਾਂ ਵਿੱਚ ਅਜੇ ਵੀ ਆਪਰੇਸ਼ਨ ਜਾਰੀ ਨੇ। ਮਲਬੇ 'ਚੋਂ ਕਿਸੇ ਦੇ ਜ਼ਿੰਦਾ ਨਿਕਲਣ ਤੇ ਕੋਈ ਸੰਕੇਤ ਨਹੀਂ ਨੇ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਇੱਕ ਪਰਿਵਾਰ ਦੇ 3 ਮੈਂਬਰ ਮਾਤਾ ਪਿਤਾ 12 ਸਾਲਾ ਬੇਟੇ ਨੂੰ ਹੱਥੇ 'ਚ ਜ਼ਮੀਨ ਦੋਸ਼ ਹੋਈ ਇਮਾਰਤ ਦੇ ਮਲਬੇ 'ਚੋਂ ਕੱਢਿਆ ਗਿਆ ਪਰ ਬੇਟੇ ਦੀ ਬਾਅਦ 'ਚ ਮੌਤ ਹੋ ਗਈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਵਾ ਗਿਆ ਤੇ ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸ਼ੁਕਰੀਆ। ਸਤਿ ਸ਼੍ਰੀ ਅਕਾਲ।